ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1072 1072 ਅੰਗ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। आवाज़ फट रही है जी, देख लो साध संगत जी, दस दो, मैं फिर जड़ा है दोबारा शुरू करांगे। आप जे आवाज़ ठीक नहीं आ रही? हाँ जी, आवाज़ देखो मेरी ठीक आ रही है जी? हाँ जी, बहुत बढ़िया जी, आवाज आ रही है जी। हाँ जी, हाँ जी, हाँ जी। ते आपां माइक बंद कर दो जी, जिन्हों का भी खुला है प्लीज़। अज दा ज्ञान जिहड़ा हैगा बहुत ही जिहड़ा हैगा ध्यान दे नाल जिहड़ा हैगा इहनूं जिहड़ा हैगा समझण दी लोड़ है। जीवन दे विच जिहड़ा हैगा एकदम इनकलाब लैके आऊगा, पलटा लिया दूगा जीवन दे विच। अंग 1072 1073 मारू सोहले महला पंजवां एक ओंकार सतगुर प्रसाद। संगी जोगी नार लपटाणी उर्ज रही रंग रस माणी। संगी जोगी, एक जोगी हैगा भाई रमता जोगी। जिवें जोगी हुंदे आ, आउंदे आ चले जांदे आ, इसे तरीके दे नाल वो जोगी दे नाल जिहड़ी हैगी नार जिहड़ी है लिपटी हुई आ। संगी जोगी नार लपटाणी, नार केड़ी? अपना शरीर काया। ये जोगी कौन है? जोगी है अपनी आत्मा जीव, ये नाल काया जिहड़ी लिपटी हुई है। संगी जोगी नार लपटाणी, पूरी तरह जिहड़े हैगे दोनों लिरथू पेथू हैगे पाई। संगी जोगी नार लपटाणी उर्ज रही रंग रस माणी। की कर रही है? पूरी उर्जी हुई है, पूरी तरह दोनों का पता ही नहीं लगता पाए, एक मिक होए पे आ। और दोनों ही जिहड़े हैगे दुनिया दे रस रंग रूप रस यही मानण दे उत्ते लगे हुए। आत्मा शरीर दे नाल मिल के और शरीरिक भोगां दे विच जिहड़ी हैगी आ दोनों जने लगे हुए। आत्मा नूं जिहड़ा हैगा रस, आत्मा नूं जिहड़ा स्वाद आउंदा है। संगी जोगी नार लपटाणी उर्ज रही रंग रस माणी। किरत संजोगी पाए इकतरा करते भोग बिलासा है। कहते किरत इन्हां दी जिहड़ी हैगी संस्कार हैगे पिछले संस्कार ते हुण जिहड़ा हैगा उन्हां दी वजह दे नाल आ जिहड़ा संजोग बन गया शरीर और आत्मा दा, मनुखी जून दा। किरत संजोगी पाए इकतरा, किरत संजोगी पाए इकतरा करते भोग बिलासा है। कहते भोग बिलास ही करी जाते दोनों जने। हाँ, नवीं आई संगत जी, असी 1072 अंग दे उत्ते हैगे आ। मारू सोहले महला पंजवां एक ओंकार सतगुर प्रसाद। संगी जोगी नार लपटाणी, एक जोगी है और जोगी जिहड़ा हैगा वो ये जोगी हुंदा जिहड़ा एक जगह टिकदा नहीं है। ਤੇ ਉਹਦੇ ਨਾਲ ਜਿਹੜੀ ਹੈਗੀ ਨਾਰ ਜਿਹੜਾ ਸਰੀਰ ਕਾਇਆ ਜਿਹੜੀ ਹੈਗੀ ਲਿਪਟੀ ਹੋਈ ਹੈ ਪੂਰੀ ਦੀ ਪੂਰੀ। ਦੋਨੋਂ ਜਣੇ ਇੱਕ ਦੂਸਰੇ ਦੇ ਵਿੱਚ ਉਲਝੇ ਪਏ ਹੈ। ਉਰਜ ਰਹੀ ਰੰਗ ਰਸ ਮਾਣੀ।
ਔਰ ਨਾਰ ਜਿਹੜੀ ਹੈ ਪੂਰੀ ਉਲਝੀ ਹੋਈ ਹੈ। ਪੂਰੇ ਰੰਗ ਰਸ ਜਿਹੜੇ ਹੈਗੇ ਮਾਣ ਰਹੇ ਭਾਈ ਸਰੀਰ ਦੇ ਦੁਆਰਾ ਜਿਹੜੇ ਹੈਗੇ ਆ ਸਰੀਰ ਨੂੰ, ਔਰ ਉਹ ਜਿਹੜਾ ਆਤਮਾ ਨੂੰ ਜਿਹੜਾ ਹੈਗਾ ਉਹਦਾ ਅਨੁਭੂਤੀ ਹੋ ਰਹੀ ਹੈ। ਕਿਰਤ ਸੰਜੋਗੀ ਭਾਏ ਇਕੱਤਰਾ, ਕਹਿੰਦੇ ਤਾਂ ਸੰਜੋਗ ਇਹਨਾਂ ਦੇ ਕਿਰਤ ਹੈਗੀ। ਪਿਛਲੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸੰਜੋਗ ਬਣ ਗਿਆ, ਇਕੱਠੇ ਹੋ ਗਏ ਦੋਨੋਂ, ਇਹ ਸਰੀਰ ਮਿਲ ਗਿਆ, ਇਹ ਸੁਰਤ ਮਤ ਮਨ ਬੁੱਧ, ਇਹ ਸਰੀਰ ਦੇ ਜਿਹੜੀ ਹੈਗੀਆਂ ਅੰਦਰ ਜਿਹੜੇ ਹੈਗੇ ਪਾਰਟਸ, 5 ਗਿਆਨ ਇੰਦਰੀਆਂ, ਕਰਮ ਇੰਦਰੀਆਂ, ਤੇ ਕਰਤੇ ਭੋਗ ਵਿਲਾਸਾ ਹੈ। ਇਹ ਭੋਗ ਵਿਲਾਸ ਕਰੀ ਜਾ ਰਹੇ ਸਰੀਰ ਦੇ ਨਾਲ। ਆਤਮਾ ਜਿਹੜੀ ਹੈਗੀ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਦੋਨੋਂ ਦੇ ਦੋਨੋਂ ਜਿਹੜੇ ਹੈਗੇ ਇੱਕ ਦੂਸਰੇ ਦੇ ਵਿੱਚ ਜਿਹੜੇ ਹੈਗੇ ਲਿਪਟੇ ਹੋਏ ਆ। ਜੋ ਪਿਰ ਕਹੈ ਸੋ ਤਨ ਤਤ ਮਾਨੈ, ਜੋ ਪਿਰ ਕਹੈ ਸੋ ਤਨ ਤਤ ਮਾਨੈ। ਜੋ ਵੀ ਜੀਵ ਕਹਿੰਦਾ ਹੈ ਸਰੀਰ ਜਿਹੜਾ ਹੈਗਾ ਤਨ ਜਿਹੜੀ ਹੈਗੀ ਸਰੀਰ, ਪਿਰ ਹੈਗਾ ਆਪਣੀ ਆਤਮਾ, ਜਿਉ ਜੋ ਵੀ ਕਹਿੰਦਾ ਹੈ ਜਿਉ, ਉਹ ਸਰੀਰ ਉਸੇ ਵੇਲੇ ਜਿਹੜਾ ਹੈਗਾ ਮੰਨ ਲੈਂਦੀ ਹੈ ਉਹਦੀ ਗੱਲ। ਉਹ ਕਹਿੰਦਾ ਅੱਖਾਂ ਦਾ ਸਵਾਦ ਦਿਖਾ ਦੇ, ਜੀਭ ਦਾ ਸਵਾਦ ਦੇ ਦੇ, ਕੰਨਾਂ ਦਾ ਸਵਾਦ ਦੇ ਦੇ, ਬਸ ਉਹ ਸਰੀਰ ਉਸੇ ਵੇਲੇ ਜਿਹੜਾ ਹੈਗਾ ਲੱਗ ਜਾਂਦਾ ਉਹਦੀ ਪੂਰਤੀ ਦੇ ਵਾਸਤੇ। ਜੋ ਪਿਰ ਕਹੈ ਜੋ ਪਿਰ ਕਰੈ ਸੋ ਧਨ ਤਤ ਮਾਨੈ। ਜੋ ਵੀ ਪਿਰ ਕਰਦਾ ਹੈ ਔਰ ਜੋ ਵੀ ਕਰਦਾ ਹੈ, ਧਨ ਲੈ ਕੇ ਆਉਂਦਾ ਹੈ ਬਾਹਰੋਂ ਕੁਛ ਜਿਹੜਾ ਹੈਗਾ, ਜਿੱਧਰ ਨੂੰ ਜੋ ਵੀ ਉਹ ਜੀਵ ਸਰੀਰ ਜਿਹੜਾ ਹੈਗਾ ਉਸੇ ਵੇਲੇ ਉਸ ਦੀ ਗੱਲ ਮੰਨਦਾ ਹੈ। ਪਿਰ ਧਨੈ ਸਿੰਗਾਰ ਰੱਖੇ ਸੰਗਾਨੇ। ਔਰ ਫਿਰ ਕੀ ਕਰਦਾ ਹੈ, ਜੀਵ ਕੀ ਕਰਦਾ ਹੈ, ਸਰੀਰ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਪੂਰੀ ਤਰ੍ਹਾਂ ਸਿੰਗਾਰ ਕੇ ਜਿਹੜਾ ਹੈਗਾ ਆਪਣੇ ਨਾਲ ਰੱਖਦਾ ਹੈ, ਪੂਰੀ ਤਰ੍ਹਾਂ ਪਾਲ ਪਲੋਸ ਕੇ ਚੰਗੀ ਤਰ੍ਹਾਂ ਜਿਹੜਾ ਹੈਗਾ ਸਜਾ ਸਵਾਰ ਕੇ। ਮਿਲੇ ਇਕੱਤਰ ਵਸੈਂ ਦਿਨ ਰਾਤੀ, ਪਿਰਿਓ ਦੇ ਧਨੇ ਦਿਲਾਸਾ ਹੈ। ਦੋਨੋਂ ਹੀ ਦਿਨ ਰਾਤ ਜਿਹੜੇ ਹੈਗੇ ਇਕੱਠੇ ਹੀ ਵਸ ਰਹੇ ਭਾਈ, ਰਾਤ ਦਿਨ। ਮਿਲੇ ਇਕੱਤਰ ਵਸੈਂ ਦਿਨ ਰਾਤੀ, ਮਿਲ ਕੇ ਰਹਿੰਦੇ ਦੋਨੋਂ, ਇੱਕ ਦੂਸਰੇ ਦੇ ਨਾਲ ਝਗੜਾ ਨਹੀਂ ਕਰਦੇ। ਮਿਲੇ ਇਕੱਤਰ ਵਸੈਂ ਦਿਨ ਰਾਤੀ, ਫਿਰਿਓ ਦੇ ਧਨੇ ਦਿਲਾਸਾ ਹੈ। ਔਰ ਜਿਉ ਜਿਹੜਾ ਹੈਗਾ ਆਤਮਾ ਜਿਹੜੀ ਹੈਗੀ ਉਹ ਸਰੀਰ ਨੂੰ ਪੂਰਾ ਦਿਲਾਸਾ ਦਿੰਦੀ ਹੈ। ਬਈ ਆਪਾਂ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਹੈ, ਇਹ ਜਿਹੜਾ ਹੈਗਾ ਇਹ ਸਿਸਟਮ ਜਿਹੜਾ ਹੈਗਾ ਇਵੇਂ ਹੀ ਜਾਊਗਾ, ਇਵੇਂ ਹੀ ਚੱਲਦਾ ਰਹੂਗਾ ਭਾਈ। ਇਵੇਂ ਹੀ ਇਹ ਭੋਗ ਵਿਲਾਸ ਦੁਨੀਆ ਦੇ ਪਦਾਰਥ ਸਵਾਦ ਆਪਾਂ ਮਾਣਦੇ ਰਵਾਂਗੇ ਇੱਕ ਦੂਸਰੇ ਦੇ ਦੁਆਰਾ। ਤੀਸਰਾ ਬੰਦ, ਧਨ ਮੰਗੈ ਪਿਰਿਓ ਬਹੁ ਬਿਧ ਧਾਵੈ। ਹੁਣ ਸਰੀਰ ਜੋ ਮੰਗਦਾ ਹੈ, ਸਰੀਰ ਦੀ ਡਿਮਾਂਡ ਹੈਗੀ ਭਾਈ ਆਹ ਸਵਾਦ, ਆਹ ਪੂਰਤੀ ਕਰੋ, ਆਹ ਜਿਹੜੀ ਹੈਗੀ ਤ੍ਰਿਸ਼ਨਾ ਇਸ ਚੀਜ਼ ਦੀ, ਆਹ ਘਰ ਛੋਟਾ ਹੈ ਵੱਡਾ ਕਰੋ, ਕਾਰ ਛੋਟੀ ਹੈ ਵੱਡੀ ਲਿਆਓ। ਧਨ ਮੰਗੈ ਪਿਰਿਓ ਬਹੁ ਬਿਧ ਧਾਵੈ। ਔਰ ਫਿਰ ਜਿਹੜਾ ਹੈਗਾ ਜੀਓ ਜਿਹੜਾ ਹੈਗਾ ਬਹੁਤ ਅਨੇਕਾਂ ਤਰੀਕੇ ਦੇ ਨਾਲ ਜਿਹੜਾ ਹੈਗਾ ਦੌੜ ਭੱਜ ਕਰਦਾ ਹੈ। ਜੋ ਪਾਵੇ ਸੋ ਆਣ ਦਿਖਾਵੇ। ਔਰ ਜੋ ਵੀ ਪ੍ਰਾਪਤ ਕਰਦਾ ਹੈ ਔਰ ਸਰੀਰ ਨੂੰ ਜਿਹੜਾ ਹੈਗਾ ਦਿਖਾਉਂਦਾ ਹੈ, ਸਰੀਰ ਸੁਖ ਮਾਣਦਾ ਹੈ ਉਹਦੇ ਨਾਲ। ਸਰੀਰ ਸੁਖੀ ਹੁੰਦਾ, ਆਤਮਾ ਸੁਖੀ ਹੁੰਦੀ ਹੈ। ਦੋਨੋਂ ਦੇ ਦੋਨੋਂ ਸਵਾਦਾਂ ਦੇ ਨਾਲ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਇੱਕ ਦੂਸਰੇ ਦੇ ਪੂਰਕ ਬਣੇ ਹੋਏ। ਧਨ ਮੰਗੈ ਪਿਰਿਓ ਬਹੁ ਬਿਧ ਧਾਵੈ, ਜੋ ਪਾਵੈ ਸੋ ਆਣ ਦਿਖਾਵੈ। ਏਕ ਵਸਤ ਕੋ ਪਹੁੰਚ ਨਾ ਸਾਕੈ, ਤਨ ਰਹਿਤੀ ਭੂਖ ਪਿਆਸਾ ਹੈ। ਇੱਕ ਚੀਜ਼ ਜਿਹੜੀ ਹੈਗੀ ਆ, ਤਨ ਜਿਹੜਾ ਸਰੀਰ ਜਿਹੜਾ ਹੈਗਾ ਉਹਨੂੰ ਸੈਟਿਸਫੈਕਸ਼ਨ ਨਹੀਂ ਆਉਂਦਾ, ਉਹਨੂੰ ਸੰਤੋਸ਼ ਨਹੀਂ ਆਉਂਦਾ, ਉਹਨੂੰ ਰੱਜ ਨਹੀਂ ਆਉਂਦਾ। ਉਹ ਫਿਰ ਭੁੱਖਾ ਦਾ ਭੁੱਖਾ ਹੀ ਰਹਿੰਦਾ, ਪਿਆਸਾ ਹੀ ਰਹਿੰਦਾ। ਇਹ ਪਦਾਰਥਾਂ ਦੇ ਨਾਲ, ਭੋਗਾਂ ਦੇ ਨਾਲ ਜਿਹੜਾ ਹੈਗਾ ਜਿੰਨਾ ਜ਼ਿਆਦਾ ਭੋਗਦਾ ਹੈ, ਜਿੰਨੇ ਜ਼ਿਆਦਾ ਪਦਾਰਥ ਖਾਂਦਾ ਹੈ ਪੀਂਦਾ ਹੈ, ਉਹਦੇ ਨਾਲ ਜਿਹੜੀ ਉਹਦੀ ਭੁੱਖ ਵੱਧਦੀ ਜਾਂਦੀ ਹੈ, ਤ੍ਰਿਸ਼ਨਾ ਵੱਧਦੀ ਜਾਂਦੀ ਹੈ।
एक वस्त को पहुँच ना सके। एक चीज़ हैगी आ ਜਿਹੜੀ ਚਾਹੀਦੀ ਆ ਉਹ ਹੈਗਾ ਅੰਮ੍ਰਿਤ, उस तक नहीं पहुँच पाਉਂਦਾ भाई। एक वस्त को पहुँच ना सके, तन रहती भूख प्यासा है। तन करे बिनो दो कर जोड़ा। शरीर आत्मा नूं बेनती करता है, आत्मा नूं शरीर जिहड़ा हैगा बई शरीर ही समझदा है कि बई ये धन समझदी है भी मैं तो इस तरीके दे नाल शरीर बरकरार रहना, मैं इस तरह जवान रहना, इस तरह मेरियां ज्ञान इंद्रियां कर्म इंद्रियां इस तरीके दे नाल असी दुनिया के पदार्थ भोगते रहने। तन करे बिनो दो कर जोड़े, दोनों कर जोड़ के बेनती कर रही है उन्होंने। पिर नूं जोगी नूं पिरे परदेस ना जाहो, वसो घरे मोरा। कहंदे तू मैनू छड्ड के ना जाई, मैनू आ शरीर छड्ड के ना परदेस ना जाई भाई, आ शरीर ना छड्डी। आत्मा नूं कह रहा है शरीर पिरे परदेस ना जाओ, वसो घरे मोरा। इत्थे मेरे नाल ही घर दे विच इस शरीर दे विच वसिया रह तूं। ऐसा वणज करो ग्रह भीतर, जित उतरा भूख प्यासा है। कहंदे ਇਹੋ ਜਿਹਾ ਵਣਜ ਕਰ, ਇਹੋ ਜਿਹਾ ਵਣ ਕਰ ਕਿ ਮੇਰੀ ਭੁੱਖ ਤੇ ਪਿਆਸ ਜਿਹੜੀ ਹੈਗੀ ਉਤਰ ਜਾਏ। ऐसा वणज करो ग्रह भीतरे, जित उतरै भूख प्यासा है। पंजवां बंद आ गया, सगले कर्म धर्म जुग साधा। कहते सारे ही कर्म ते धर्म दे नाम दे उत्ते सारे कर्म कांड जुग दे। ਵੀਰ ਜੀ ਐ ਨਹੀਂ ਲੱਗ ਰਿਹਾ ਵੀ ਸਰੀਰ ਤੇ ਆਪਣੀ ਦੀ ਗੱਲ ਹੋ ਰਹੀ ਆ, ਮਨ ਦੀ? ਵੀਰ ਜੀ मन की चीज़ हैगा, मन कोई अड थोड़ी ना हैगा। आत्मा जिहड़ी हैगी आ उसे दे उत्ते मैल चढ़ी हुई आ, आत्मा ही बिगड़ी हुई आ। ਇਹ ਮਨ ਦੇ ਜੀਵ ਆਤਮਾ ਜਿਹਨੂੰ ਕਹਿ ਦਿੰਦੇ ਆ। ਨਹੀਂ ਵੀਰ ਜੀ ਉਹ ਆਪਣਾ ਪੜ੍ਹਦੇ ਆ ਨਾ ਵੀ ਜਿਵੇਂ ਪੁੱਛਿਆ ਸਮਾਨ ਫਰੀਦਾ ਖੇਵਟ ਕੇ ਬਗਾਏ, ਉਹ ਕਹਿੰਦੇ ਜਾਲਣ ਗੋਰਾ ਨਾਲ ਉਲਾਮੇ ਜੀ ਸਹੀ। ਜੀ ਉਹੀ ਤਾਂ ਹੈ ਨਾ, ਜੀ ਉਹੀ ਹੈ। ਆਤਮਾ ਜਿਹੜੀ ਹੈ ਛੁੱਟਦੀ ਥੋੜੀ ਨਾ ਹੈ, ਉਹ ਜੂਨਾਂ ਦੇ ਵਿੱਚ ਜਾਂਦੀ। ਅੱਛਾ ਜੀ, ਹਾਂ ਜੀਵ ਆਤਮਾ ਵੀਰ ਜੀ, ਜੀਵ ਆਤਮਾ ਉਹੀ ਤਾਂ ਹੈ। ਜੀਵ ਆਤਮਾ ਉਹੀ ਤਾਂ ਸਹਿੰਦੀ ਹੈ ਸਾਰਾ ਮਨ ਕਹਿ ਲਓ ਚਾਹੇ ਜੀਓ ਕਹਿ ਲਓ, ਕੋਈ ਗੱਲ ਆ। ਬਸ ਉਹ ਮਨ ਦੇ ਸੰਸਕਾਰਾਂ ਦੇ ਨਾਲ ਉਹਨੂੰ ਜਿਹੜੇ ਹੈਗੇ ਸਾਰਾ ਜਿਹੜਾ ਹੈਗਾ ਆ ਸੁਰਤ ਮਤ ਮਨ ਬੁੱਧ ਸਾਰਾ ਕੁਛ ਉਹ ਕੰਬੀਨੇਸ਼ਨ ਮਿਲ ਗਿਆ ਉਹਨੂੰ, ਇਹਨੂੰ ਕਹਿੰਦੇ ਜੀਵ ਆਤਮਾ। ਠੀਕ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਐਕਚੁਅਲੀ ਵੀਰ ਜੀ ਜੀਵ ਆਤਮਾ ਦੋਨੇ ਨਾ ਲਫ਼ਜ਼ ਕੋਈ ਗੁਰਬਾਣੀ ਚ ਹੈ ਨਹੀਂ ਵਿੱਚ ਨਹੀਂ ਹੈ। ਹਾਂ ਬਿਲਕੁਲ ਸਹੀ ਗੱਲ। ਤੇ ਜੀਵ ਆਤਮਾ ਇਕੱਠਾ ਨਹੀਂ ਲਿਖਿਆ। ਹਾਂ ਉਹ ਆਤਮਾ ਹੀ ਹੈ। ਜੀਓ ਕਹਿ ਸਕਦੇ ਆ ਜੀ, ਜੀਓ ਜਾਂ ਜੀਵ, ਮਨ ਤੇ ਆਤਮਾ ਬਿਲਕੁਲ ਸਾਰਾ ਕੁਝ। ਜਿਹੜਾ ਉੱਪਰ जोगी ਕਿਹਾ ਗਿਆ ਉਹ ਕਿਹਨੂੰ ਕਿਹਾ ਗਿਆ? ਮਤਲਬ ਇਸੇ ਨੂੰ ਕਿਹਾ ਗਿਆ ਹੈ ਭਾਈ। ਜੋਗੀ ਤਾਂ ਹੈਗਾ, ਜੋਗੀ ਹੈਗਾ। ਇਹ ਆਤਮਾ ਨਿਕਲ ਜਾਂਦੀ ਹੈ ਦੂਜੇ ਸਰੀਰ ਚਲੇ ਜਾਂਦੀ ਹੈ, ਇਹੀ ਤਾਂ ਜੋਗੀ ਹੈਗਾ ਭਾਈ। ਇਹ ਕਿਹੜਾ ਟਿਕਦਾ ਹੈ, ਟਾਈਮ ਬਾਉਂਡ ਹੈਗਾ। ਸੰਗੀ ਜੋਗੀ ਨਾਰ ਲਪਟਾਣੀ। ਨਾਰ ਮਤਲਬ ਸਰੀਰ, ਕਾਇਆ ਇਹ ਲਿਪਟੀ ਹੋਈ ਆ ਉਹਦੇ ਨਾਲ। ਬਸ ਜਦ ਤੱਕ ਦੋਨੋਂ ਹੈਗੇ ਤਦ ਤੱਕ ਇਹ ਇਹਨਾਂ ਦੀ ਜਿਹੜੀ ਹੈਗੀ ਆ ਠੱਕ ਠੱਕਾ ਚੱਲ ਰਿਹਾ ਇਹਨਾਂ ਦਾ, ਦੋਨਾਂ ਦਾ, ਪਦਾਰਥਾਂ ਦਾ, ਦੁਨੀਆ ਦੇ ਸੁਆਦਾਂ ਦਾ। ਅੱਛਾ ਵੀ ਨਾਰ ਤੇ ਧਨ ਮਤਲਬ ਇੱਕੋ ਹੀ ਆ, ਮਤਲਬ ਜਿਹੜਾ ਉਹ ਵੀ ਸਰੀਰ ਹੀ ਆ, ਸਮਝੋ। ਬਿਲਕੁਲ ਸਹੀ ਗੱਲ। ਮਤਲਬ ਜੀਵ ਇਸਤਰੀ ਹੁੰਦੀ ਹੈ ਨਾ, ਇਸਤਰੀ ਨੂੰ ਧਨ ਕਹਿੰਦੇ। ਸਰੀਰ ਜਿਹੜਾ ਆਪਣਾ ਹੈਗਾ ਇਹ ਨਾਰ ਹੈਗਾ ਤੇ ਜੀਓ ਜਿਹੜਾ ਹੈਗਾ ਉਹ ਪੁਰਖ ਹੈਗਾ। ਜੇ ਦੋਨਾਂ ਨੂੰ ਆਪਾਂ ਮਿਲਾ ਕੇ ਜਿਹੜਾ ਹੈਗਾ ਆਪਾਂ ਪਰਮਾਤਮਾ ਔਰ ਜੀਵ ਦੇ ਵਿੱਚ ਉਸ ਰਿਲੇਸ਼ਨ ਨੂੰ ਨਾ ਦੇਖੀਏ, ਕੱਲਾ ਜਿਹੜਾ ਹੈਗਾ ਆਤਮਾ ਔਰ ਸਰੀਰ ਦਾ ਰਿਲੇਸ਼ਨ ਦੇਖੀਏ, ਤੇ ਦੋਨੋਂ ਇਸ ਤਰ੍ਹਾਂ ਦਾ ਰਿਲੇਸ਼ਨ ਮਹਾਰਾਜ ਨੇ ਬਣਾਇਆ। ਠੀਕ ਹੈ ਜੀ। ਹਾਂਜੀ ਹਾਂਜੀ, ਮਤਲਬ ਭਾਜੀ ਮਤਲਬ ਜੀਓ ਦੀ ਤਾਂ ਧਨ ਇਹ ਕਾਇਆ ਦੀ ਗੱਲ ਹੋ ਰਹੀ ਹੈ। ਹਾਂ ਜੀਓ ਨਹੀਂ, ਜੀਓ ਕਾਇਆ ਨਹੀਂ ਹੈਗਾ, ਕਾਇਆ ਦੀ ਤੇ ਜੀਓ ਦੀ ਗੱਲ ਦੋਨਾਂ ਦੀ ਹੋ ਰਹੀ ਹੈ। ਆਤਮਾ ਤੇ ਜੀਓ ਦੀ ਗੱਲ ਹੋ ਰਹੀ ਹੈ। ਆਤਮਾ ਦੇ ਉੱਤੇ ਮੈਲ ਚੜੀ ਹੋਈ ਹੈ, ਇਸ ਕਰਕੇ ਜਿਹੜਾ ਹੈਗਾ ਉਹ ਜਿਹੜੀ ਹੈਗੀ ਆ ਉਹ ਮੈਲੀ ਹੋ ਗਈ ਹੈ ਭਾਈ, ਔਗੁਣ ਭਰੀ ਹੋ ਗਈ ਹੈ। ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਜਿਹੜਾ ਹੈਗਾ ਮੈਂ ਪਰਮਾਤਮਾ ਹੈਗਾ, ਇਹ ਗੱਲ ਪਤਾ ਹੀ ਨਹੀਂ ਹੈ ਉਹਨੂੰ। ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਧਾ। ਦੇਖੋ ਬਾਣੀ ਕੀ ਕਹਿ ਰਹੀ ਹੈ,
ਕਹਿੰਦੇ ਸਾਰੇ ਧਰਮ ਦੇ ਨਾਮ ਦੇ ਉੱਤੇ, ਸਾਰੇ ਕਰਮ ਤੇ ਧਰਮ ਸਾਰੇ ਯੁੱਗਾਂ ਦੇ ਸਾਧ ਕੇ ਦੇਖ ਲੈ, ਸਾਰੇ ਦੇਖ ਲੈ ਪਾਏ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਕਹਿੰਦੇ ਅੰਮ੍ਰਿਤ ਰਸ ਤੋਂ ਬਗੈਰ ਸੁਖ ਇੱਕ ਤਿਲ ਜਿਨਾ ਵੀ ਨਹੀਂ ਲੱਭਿਆ। ਕਹਿੰਦੇ ਪੰਜਵੀਂ ਪਾਤਸ਼ਾਹੀ ਕਹਿ ਰਹੀ, ਸਗਲੇ ਕਰਮ ਧਰਮ ਯੁਗ ਸਾਧਾ। ਹੁਣ ਉਹ ਜੀਵ ਇਸਤਰੀ ਜਿਹੜੀ ਹੈਗੀ ਆ, ਉਹਨੂੰ ਜਿਹੜੀ ਹੈਗੀ ਕਾਇਆ ਜਿਹੜੀ ਹੈਗੀ ਕਹਿ ਰਹੀ ਹੈ, ਐਸਾ ਵਣਜ ਕਰੋ ਗ੍ਰਹਿ ਭੀਤਰ ਜਿਤ ਉਤਰੈ ਭੂਖ ਪਿਆਸਾ ਹੈ। ਮਹਾਰਾਜ ਕਹਿੰਦੇ ਵੀ ਇਹੋ ਜਿਹਾ ਵਣਜ ਜਿਹੜਾ ਹੈਗਾ, ਇਹ ਤਾਂ ਹਰ ਰਸ ਤੋਂ ਬਗੈਰ ਭੁੱਖ ਪਿਆਸ ਕਿਸੇ ਦੀ ਉਤਰ ਹੀ ਨਹੀਂ ਸਕਦੀ। ਉਹ ਹਰ ਰਸ ਚਾਹੀਦਾ ਹੈ। ਸਰੀਰ ਔਰ ਆਤਮਾ ਦਾ ਕੰਬੀਨੇਸ਼ਨ ਹੈਗਾ, ਤੇ ਜੇ ਸੁਖੀ ਹੋਣਾ ਆ ਤੇ ਭਾਈ ਉਹ ਅੰਮ੍ਰਿਤ ਰਸ ਲੈਣਾ ਪਊਗਾ। ਹੋਰ ਕੋਈ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨਹੀਂ ਸੁਖੀ ਹੋ ਸਕਦੇ ਭਾਈ। ਸਗਲੇ ਕਰਮ ਧਰਮ ਯੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਤਿਲ ਜਿੰਨਾ ਵੀ ਨਹੀਂ ਲੱਭਿਆ ਭਾਈ ਕਿਸੇ ਨੂੰ। ਪਈ ਕਿਰਪਾ ਨਾਨਕ ਸਤ ਸੰਗੇ, ਤਉ ਤਨ ਫਿਰ ਆਨੰਦ ਉਲਾਸਾ ਹੈ। ਬਸ ਸਤ ਸੰਗਤ ਮਿਲ ਗਈ, ਸੱਚੀ ਸੰਗਤ ਮਿਲ ਗਈ, ਗੁਰੂ ਦੀ ਮੱਤ, ਗੁਰੂ ਦੀ ਗਾਈਡੈਂਸ। ਭਈ ਕਿਰਪਾ ਨਾਨਕ ਸਤ ਸੰਗੇ, ਤਉ ਤਨ ਫਿਰ ਆਨੰਦ ਉਲਾਸਾ ਹੈ। ਦੋਨੋਂ ਦੇ ਦੋਨੋਂ ਧਨ ਔਰ ਫਿਰ ਜਿਹੜਾ ਹੈਗਾ, ਸਰੀਰ ਔਰ ਆਤਮਾ ਜਿਹੜੇ ਹੈਗੇ, ਉਹ ਸੁਖ ਦੇ ਵਿੱਚ ਆ ਗਏ, ਆਨੰਦ ਉਲਾਸ ਦੇ ਵਿੱਚ ਆ ਗਏ। ਉਹ ਅੰਮ੍ਰਿਤ ਰਸ ਆ ਗਿਆ, ਹਰ ਰਸ ਮਿਲ ਗਿਆ। ਤਨ ਅੰਧੀ ਫਿਰ ਚਪਲ ਸਿਆਣਾ। ਕਹਿੰਦੇ ਸਰੀਰ ਤਾਂ ਜਿਹੜਾ ਹੈਗਾ ਅੰਨਾ ਹੈਗਾ ਭਾਈ, ਸਰੀਰ ਤਾਂ ਪੈਸਿਵ ਹੈਗਾ, ਸਰੀਰ ਨੂੰ ਕੀ ਪਤਾ ਵਿਚਾਰੇ ਨੂੰ। ਔਰ ਜੀਓ ਜਿਹੜਾ ਹੈਗਾ, ਆਤਮਾ ਜਿਹੜੀ ਹੈਗੀ ਆ, ਉਹ ਬਹੁਤ ਹੀ ਚਪਲ ਹੈਗਾ ਔਰ ਸਿਆਣਾ ਹੈਗਾ। ਉਹ ਪੂਰਾ ਜਿਹੜਾ ਹੈਗਾ ਟਿਕਦਾ ਹੀ ਨਹੀਂ ਹੈਗਾ ਭਾਈ, ਇੰਨਾ ਚੱਲ ਕਰਦਾ ਹੈ। ਤਨ ਅੰਧੀ ਫਿਰ ਚਪਲ ਸਿਆਣਾ। ਇੰਨਾ ਸਭ ਤੋਂ ਤੇਜ਼ ਚੱਲਣ ਵਾਲਾ ਜਿਹੜਾ ਹੈਗਾ ਇਹਨੂੰ ਸੁਰਤ ਮਿਲੀ ਹੋਈ ਹੈ, ਇਹ ਪਿਰ ਨੂੰ। ਤਨ ਅੰਧੀ ਫਿਰ ਚਪਲ ਸਿਆਣਾ, ਪੰਚ ਤੱਤ ਕਾ ਰਚਨ ਰਚਾਨਾ। ਕਹਿੰਦੇ ਪੰਜਾਂ ਤੱਤਾਂ ਦੀ ਰਚਨਾ ਹੈਗੀ ਆ ਸਰੀਰ, ਔਰ ਸਾਰਾ ਚੋਗਾ ਜਿਹੜਾ ਖਿਲ ਰਿਹਾ ਹੋਇਆ ਆ, ਉਹ ਪੰਜਾਂ ਤੱਤਾਂ ਦਾ ਇਹ ਚੋਗਾ ਹੈਗਾ ਸਾਰਾ ਦਾ ਸਾਰਾ। ਇਹ ਰਚਨਾ ਸਾਰੀ ਪੰਜਾਂ ਤੱਤਾਂ ਦੀ ਹੈਗੀ। ਪੰਚ ਤੱਤ ਕਾ ਰਚਨ ਰਚਾਨਾ, ਜਿਸ ਵਖਰ ਕੋ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ ਹੈ। ਜਿਹੜੇ ਕੰਮ ਵਾਸਤੇ ਆਪਾਂ ਮਨੁੱਖ ਸਰੀਰ ਦੇ ਵਿੱਚ ਆਏ, ਸੰਸਾਰ ਦੇ ਵਿੱਚ, ਇਹ ਧਨ ਔਰ ਪਿਰ, ਇਹ ਜੋਗੀ ਔਰ ਨਾਰ ਕੰਬੀਨੇਸ਼ਨ ਬਣਿਆ ਆ। ਸੋ ਪਾਇਓ ਸਤਿਗੁਰ ਪਾਸਾ ਹੈ। ਉਹ ਜਿਹੜਾ ਹੈਗਾ ਗੁਰੂ ਦੇ ਕੋਲ, ਸਤਿਗੁਰੂ ਦੇ ਕੋਲ, ਬ੍ਰਹਮ ਗਿਆਨੀਆਂ ਦੇ ਕੋਲੋਂ ਮਿਲਣਾ ਆ, ਉਹਨਾਂ ਦੇ ਪਾਸਿਓਂ ਲੱਭਣਾ ਹੈ ਭਾਈ। ਸਤਵਾਂ, ਤਨ ਕਹੈ ਤੂੰ ਵਸ ਮੈਂ ਨਾਲੇ, ਫਿਰਿਏ ਸੁਖ ਵਾਸੀ ਬਾਲ ਗੋਪਾਲੇ। ਕਹਿੰਦੇ ਸਰੀਰ ਕਹਿ ਰਿਹਾ ਭਾਈ, ਤਨ ਕਹਿ ਰਹੀ ਹੈ ਪਿਰ ਨੂੰ, ਆਤਮਾ ਨੂੰ, ਤੂੰ ਵਸ ਮੈਂ ਨਾਲੇ, ਮੇਰੇ ਨਾਲ ਵਸ, ਮੇਰੇ ਨਾਲ ਹੀ ਰਹਿ ਹਮੇਸ਼ਾ। ਫਿਰਿਏ ਸੁਖ ਵਾਸੀ ਬਾਲ ਗੋਪਾਲੇ, ਤੂੰ ਤਾਂ ਮੇਰਾ ਬਾਲ ਗੋਪਾਲ ਆ, ਬਚਪਨ ਦਾ ਸਾਥੀ ਹੈਗਾ ਆ, ਮੈਨੂੰ ਸਾਰੇ ਸੁਖ ਦੇਣ ਵਾਲਾ ਹੈਗਾ ਆ। ਫਿਰਿਏ ਮੇਰਾ ਪਿਆਰਾ ਹੈਗਾ ਆ। ਫਿਰਿਏ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤਹੀ ਨਾ ਲਿਖੈ, ਵਚਨ ਦੇ ਛੋੜ ਨਾ ਜਾਸਾ ਹੈ। ਤੇਰੇ ਤੋਂ ਬਗੈਰ ਕਹਿੰਦੇ ਮੇਰੀ ਕੀ ਵੈਲਿਊ ਹੈਗੀ, ਮੈਨੂੰ ਤਾਂ ਅੱਗ ਦੇ ਨਾਲ ਸਾੜ ਦੇਣਗੇ, ਪਾਣੀ 'ਚ ਡੋਬ ਦੇਣਗੇ, ਮੇਰੀ ਕੀ ਕਾਇਆ ਦੀ ਕੀ ਵੁਕਤ ਹੈਗੀ ਭਾਈ। ਤੁਝੇ ਬਿਨਾ ਹੋ ਕਿਤਹੀ ਨਾ ਲਿਖੈ, ਵਚਨ ਦੇ ਛੋੜ ਨਾ ਜਾਸਾ ਹੈ। ਮੈਨੂੰ ਪ੍ਰੋਮਿਸ ਕਰ ਵੀ ਮੈਨੂੰ ਛੱਡ ਕੇ ਨਹੀਂ ਜਾਏਗਾ। ਫਿਰੇ ਕਿਹਾ ਹਾਂ ਹੁਕਮੀ ਬੰਦਾ। ਕੀ ਕਹਿ ਰਿਹਾ ਜੀਓ? ਕਹਿੰਦਾ ਮੈਂ ਤਾਂ ਹੁਕਮੀ ਆ ਭਾਈ, ਮਾਲਕ ਦੇ ਹੁਕਮ ਦਾ ਹੁਕਮ, ਮੈਂ ਉਹਦਾ ਬੰਦਾ ਹੈਗਾ, ਮਾਲਕ ਦਾ। ਉਹਦਾ ਹੁਕਮ ਹੋ ਗਿਆ ਆ, ਉਸ ਮਾਲਕ ਪਰਮਾਤਮਾ ਦਾ ਜਿਹਨੇ ਬਣਾਇਆ ਹੈਗਾ ਮੈਨੂੰ, ਆ ਸਰੀਰ ਦਿੱਤਾ ਹੈ, ਆ ਸਾਰਾ ਕੁਛ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਉਹ ਮਾਲਕ ਪਰਮਾਤਮਾ ਬਹੁਤ ਭਾਰੀ ਹੈ ਭਾਈ, ਉਹਨੂੰ ਕਿਸੇ
ਕਿਸੇ ਦੀ ਮੋਸ਼ੰਦਗੀ ਨਹੀਂ ਹੈਗੀ, ਕਿਸੇ ਪਾਸਿਓਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਾਣ ਨਹੀਂ ਹੈਗੀ ਉਹਦੇ ਅੰਦਰ, ਕੋਈ ਔਗੁਣ ਨਹੀਂ ਹੈਗਾ ਉਹਦੇ ਅੰਦਰ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜਦ ਤੱਕ ਕਹਿੰਦੇ ਆ ਉਹ ਮਾਲਕ ਪਰਮਾਤਮਾ ਨੇ ਮੈਨੂੰ ਤੇਰੇ ਨਾਲ ਰੱਖਣਾ ਹੈਗਾ, ਉਨੀ ਦੇਰ ਤੱਕ ਮੈਂ ਤੇਰੇ ਨਾਲ ਰਹਿ ਸਕਦਾ ਹਾਂ। ਔਰ ਜਦ ਉਹਨੇ ਮੈਨੂੰ ਬੁਲਾ ਲਿਆ ਤੇ ਉੱਠ ਕੇ ਜਿਹੜਾ ਹੈਗਾ ਜਾਣਾ ਪਊਗਾ ਭਾਈ, ਮੈਂ ਸਿਧਾਰ ਜਾਊਂਗਾ ਉੱਠ ਕੇ। ਜੋ ਪਿਰੇ ਵਚਨ ਕਹੇ ਤਨ ਸਾਚੇ, ਆ ਜਿਹੜੇ ਹੈਗੇ ਆਤਮਾ ਨੇ ਸੱਚੇ ਵਚਨ, ਸੱਚੀ ਗੱਲ, ਆਹੀ ਸੱਚੀ ਗੱਲ ਆ, ਸੱਚ ਆ। ਦੇਖ ਲਓ ਭਾਈ, ਆਪਾਂ ਆਪਣੇ ਉੱਤੇ ਲਗਾ ਕੇ ਦੇਖ ਲਈਏ, ਬਿਲਕੁਲ ਸੱਚ ਹੈਗਾ। ਜੋ ਫਿਰੇ ਬਚਨ ਕਹੇ ਤਨ ਸਾਚੇ, ਤਨ ਕਛੂ ਨਾ ਸਮਝੇ ਚੰਚਲ ਕਾਚੇ। ਪਰ ਜਿਹੜਾ ਹੈਗਾ ਆਪਣੇ ਆਪ ਨੂੰ ਸਰੀਰ ਸਮਝ ਰਹੇ ਆਪਾਂ, ਬਸ ਕੁਝ ਸਮਝਦੇ ਨਹੀਂ। ਇਹ ਗੱਲ ਸਮਝਦੇ ਨਹੀਂ ਹੈ ਭਾਈ ਬਈ ਇੱਥੋਂ ਜਿਹੜਾ ਹੈਗਾ ਜਾਣਾ ਵੀ ਹੈਗਾ। ਇਹ ਲਿਮਿਟਿਡ ਟਾਈਮ ਵਾਸਤੇ ਦੋਨਾਂ ਦਾ ਕੰਬੀਨੇਸ਼ਨ ਬਣਿਆ ਹੋਇਆ ਹੈ। ਤਨ ਕਛੂ ਨਾ ਸਮਝੇ ਚੰਚਲ ਕਾਚੇ, ਕਹਿੰਦੇ ਚੰਚਲ ਔਰ ਕੱਚਾ, ਬਸ ਇਹ ਸਵਾਦ ਜਿਹੜੇ ਆ ਰਹੇ ਉਹਨੂੰ ਇਹਦੇ ਵਿੱਚ ਜਿਹੜਾ ਹੈਗਾ ਨਹੀਂ ਸਮਝਦੀ ਇਸ ਨੂੰ ਬਈ ਇਹ ਜਿਹੜਾ ਹੈਗਾ ਇਹ ਤਾਂ ਫੁੱਟ ਜਾਣਾ ਆ ਸਰੀਰ, ਕੱਚਾ ਹੈਗਾ ਸਰੀਰ। ਤਨ ਕਛੂ ਨਾ ਸਮਝੇ ਚੰਚਲ ਕਾਚਾ। ਔਰ ਦੇਖ ਲਓ ਆਪਣੀ ਆਤਮਾ ਜਿਹੜੀ ਹੈਗੀ ਕਿੱਥੇ ਸਮਝਦੀ ਹੈ ਵੀ ਮੈਂ ਜਿਹੜਾ ਹੈਗਾ, ਜੇ ਸਮਝ ਜਾਏ ਕਿ ਮੈਂ ਤਾਂ ਜਿਹੜਾ ਹੈਗਾ ਹਮੇਸ਼ਾ ਜਿਹੜਾ ਇਹ ਸਰੀਰ ਨਹੀਂ ਰਹਿਣਾ ਮੇਰੇ ਕੋਲ, ਫਿਰ ਕਿਉਂ ਜਿਹੜੇ ਆਪਾਂ ਭੋਗਾਂ ਦੇ ਵਿੱਚ ਗਲਤਾਨ ਹੋਵਾਂਗੇ। ਬਾਹਰ ਬਾਹਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੇ ਕਰੇ ਹਾਸਾ ਹੈ। ਬਾਰ ਜਿਹੜਾ ਹੈਗਾ ਉਹ ਸਰੀਰ ਜਿਹੜਾ ਹੈਗਾ ਆਪਣੇ ਪਤੀ ਪਿਰ ਉਹਦਾ ਸਾਥ ਮੰਗਦਾ ਹੈ ਬਈ ਉਹਦੇ ਨਾਲ ਜਿਹੜਾ ਹੈਗਾ ਇਹ ਦੁਨੀਆ ਦੇ ਜਿਹੜੇ ਹੈਗੇ ਭੋਗ ਵਿਲਾਸ ਜਿਹੜੇ ਹੈਗੇ ਸਰੀਰ ਦੇ ਨਾਲ ਕਰੀ ਜਾਈਏ। ਔਰ ਉਹ ਜਿਹੜੀ ਹੈਗੀ ਇਹ ਗੱਲ ਨੂੰ ਜਿਹੜਾ ਹੈਗਾ ਬਈ ਮੈਂ ਆਪਣਾ ਸਾਥ ਥੋੜਾ ਆ ਔਰ ਛੱਡ ਕੇ ਜਾਣਾ ਪਊਗਾ ਸਰੀਰ ਨੂੰ, ਉਹ ਬਾਤ ਜਾਣੇ ਕਰੇ ਹਾਸਾ ਹੈ। ਇਹਨੂੰ ਆਪਾਂ ਸਮਝਦੇ ਹਾਂ, ਟਿੱਚ ਸਮਝਦੇ ਹਾਂ ਭਾਈ। ਕੋਈ ਵੀ ਜਿਹੜਾ ਹੈਗਾ ਜੇ ਆਪਾਂ ਨੂੰ ਪਤਾ ਹੋਏ ਜਿਹੜਾ ਹੈਗਾ ਵੀ ਇਹ ਸਰੀਰ ਜਿਹੜਾ ਹੈਗਾ ਛੱਡ ਕੇ ਜਾਣਾ ਹੈ, ਤੇ ਫਿਰ ਵਿਸਥਾਰ ਕਿਉਂ ਕਰੀਏ ਆਪਾਂ ਭਾਈ, ਕਿਉਂ ਫੈਲਾਓ ਕਰੀਏ। ਬਾਹਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੇ ਕਰੇ ਹਾਸਾ ਹੈ। ਆਈ ਆਗਿਆ ਪਿਰੋਂ ਬੁਲਾਇਆ, ਆਗਿਆ ਆ ਗਈ ਭਾਈ ਮਾਲਕ ਪਰਮਾਤਮਾ ਦੀ, ਉਸ ਮਾਲਕ ਦਾ ਪਰਮਾਤਮਾ ਦਾ ਹੁਕਮ। ਉਹ ਟਾਈਮ ਪੂਰਾ ਹੋ ਗਿਆ, ਉਮਰ ਦੀ ਰੱਸੀ ਆਈ ਆ ਗਿਆ, ਪਿਰੋਂ ਬੁਲਾਇਆ, ਪਿਰ ਨੂੰ ਬੁਲਾ ਲਿਆ ਭਾਈ, ਆਤਮਾ ਨੂੰ ਸਰੀਰ ਤੋਂ ਸੱਦ ਲਿਆ, ਨਿਕਲ ਪਾਈ ਚੱਲ ਆਗੇ कठिन दूत जम लेना, क्या तय खटिया कहाँ गवाया, चलो सिताब दीवान ने बुलाया, अमल सिरानो लेखा देना। अमल खत्म हो गए भाई, ये आत्मा और शरीर का अमल ਜਿਹੜੇ ਸੀਗੇ स्वाद पदार्थ टाइम आउट हो गया, ਹੁਣ ਲੇਖਾ ਦੇਣਾ ਹੈ। आई आग्या पिरों बुलाया, ना तन पुछी ना मता पकाया। ਸਰੀਰ ਨੂੰ ਕੋਈ ਪੁੱਛਿਆ ਨਹੀਂ, ਨਾ ਕੋਈ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਮਿਲ ਕੇ ਜਿਹੜਾ ਹੈਗਾ ਕੋਈ ਰਿਜ਼ੋਲੂਸ਼ਨ ਪਾਸ ਕੀਤਾ ਹੈ, ਕੋਈ ਮਤਾ। ਚੁੱਪ ਚਾਪ ਜਿਹੜਾ ਹੈਗਾ ਉਹ ਸਰੀਰ ਪਤਾ ਹੀ ਨਹੀਂ ਲੱਗਦਾ, ਇੱਕ ਵੀ ਸਾਹ ਅੱਗੇ ਨਹੀਂ ਆਉਂਦਾ। ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਕਹਿੰਦੇ ਛੁੱਟਰ ਕੌਣ ਹੁੰਦੀ ਹੈ, ਜਿਹਦਾ ਪਤੀ ਜਿਹੜਾ ਹੈਗਾ ਮਰ ਜਾਏ। ਊਠ ਸਿਧਾਇਓ ਛੂਟਰ ਮਾਟੀ, ਜਾਂ ਛੱਡ ਕੇ ਚਲੇ ਜਾਏ। ਊਠ ਸਿਧਾਇਓ ਛੂਟਰ ਮਾਟੀ, ਮਿੱਟੀ ਰਹਿ ਗਈ, ਹੁਣ ਮਿੱਟੀ ਕਹਿ ਰਹੇ ਆ ਭਾਈ, ਅੱਗੇ ਕਹਿ ਰਹੇ ਸੀ ਉਹ ਧਨ, ਹੁਣ ਮਿੱਟੀ ਕਹਿ ਰਹੇ ਉਹਨੂੰ। ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਧਿਆਨ ਨਾਲ ਗੌਰ ਦੇ ਨਾਲ ਦੇਖ ਲਾ ਪਿਆਰਿਆ, ਇਹ ਮਿਥਿਆ ਜਿਹੜਾ ਹੈਗਾ ਇਹ ਮੁਹਾਸਾ, ਇਹ ਮੋਹ ਦਾ ਜਿਹੜਾ ਹੈਗਾ ਇਹ ਸਿਰਫ ਜਿਹੜੀ ਹੈ ਮਿਥਿਆ ਮੋਹ ਦੀ ਗੇਮ ਆ। ਇਹਦੇ ਨਾਲ ਤੂੰ ਜਿਹੜਾ ਹੈਗਾ ਆਪਣੀ ਮਨੁੱਖ ਜੂਨ ਹਾਰ ਜਾ ਰਿਹਾ ਹੈ। ਆਈ ਆ ਗਿਆ ਪਿਰੋਂ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ।
ਊਠ ਸਿਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ। ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਵੇਰੇ। ਹੁਣ ਦੇਖੋ ਮਨ ਨੂੰ ਆ ਗਿਆ, ਮਨ ਆਤਮਾ ਜਿਹੜੀ ਹੈਗੀ ਆ ਇਹ ਜਿਹੜੇ ਸੰਸਕਾਰਾਂ ਦੇ ਅਧੀਨ ਆ, ਮਨ ਦੇ ਅਧੀਨ। ਮਨ ਦਾ ਮਤਲਬ ਸੰਸਕਾਰ। ਰੇ ਮਨ ਲੋਭੀ, ਲੋਭ ਖਿੱਚਾਂ ਸਾਰੀਆਂ ਮਨ ਦੀਆਂ, ਮਨ ਕਰਕੇ ਖਿੱਚਾਂ ਹੈ। ਮਨ ਖਤਮ ਹੋ ਗਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਰਹਿ ਗਈ ਆਤਮਾ। ਰੇ ਮਨ ਲੋਭੀ, ਲੋਭੀ ਹੈ ਮਨ, ਇਹਨੇ ਪਦਾਰਥ ਸਵਾਦ ਆਹੀ ਕੁਛ, ਇਹੀ ਇਹਦੀ ਡਿਮਾਂਡ ਹੈਗੀ ਭਾਈ। ਰੇ ਮਨ ਲੋਭੀ ਸੁਣ ਮਨ ਮੇਰੇ, ਮੇਰੇ ਮਨਾ ਸੁਣ, ਹਾਲੇ ਤੇਰੇ ਕੋਲ ਹੈ ਸਰੀਰ। ਸਤਿਗੁਰ ਸੇਵ ਦਿਨ ਰਾਤ ਸਦੇਰੇ। ਜੋ ਗੁਰੂ ਬ੍ਰਹਮ ਗਿਆਨੀ ਕਹਿ ਰਹੇ ਆ ਉਹ ਸੇਵਾ, ਉਹ ਧਿਆਨ ਸਿਮਰਨ, ਉਹ ਭਗਤੀ ਦਿਨ ਰਾਤ ਸਦੇਰੇ ਹਮੇਸ਼ਾ ਕਰ ਲਾ। ਜੋ ਸਮਾਂ ਨਿਕਲ ਗਿਆ, ਜਿਹੜਾ ਬਾਕੀ ਹੈਗਾ ਉਹਨੂੰ ਯੂਟਿਲਾਈਜ਼ ਕਰ ਲਾ। ਰੇ ਮਨ ਲੋਭੀ ਸੁਣ ਮਨ ਮੇਰੇ, ਸੁਣੇ ਮਨ ਮੇਰੇ, ਸੁਣ ਭਾਈ ਸੁਣ। ਸਤਿਗੁਰ ਸੇਵ ਦਿਨ ਰਾਤ ਸਦੇਰੇ। ਬਿਨ ਸਤਿਗੁਰ ਪਚ ਮੂਏ ਸਾਕਤ ਨਿਗੂਰੇ ਗਲੇ ਜਮ ਫਾਸਾ ਹੈ। ਕਹਿੰਦੇ ਸਾਕਤ ਜਿਹੜੇ ਨਹੀਂ ਹੈਗੇ ਰੱਬ ਵਾਲੇ ਪਾਸੇ, ਜਿਹੜੇ ਨਹੀਂ ਮੰਨਦੇ ਇਸ ਗੱਲ ਨੂੰ ਬਈ ਸਰੀਰ ਨੇ ਨਿਕਲ ਜਾਣਾ ਹੈ, ਸਮਾਂ ਥੋੜਾ ਰਹਿ ਗਿਆ ਹੈ, ਗੁਰੂ ਵਾਲੇ ਬਣ ਜਾਈਏ, ਗੁਰੂ ਦੀ ਗੱਲ ਮੰਨ ਲਈਏ। ਨਿਗੂਰੇ ਦਾ ਮਤਲਬ ਹੁੰਦਾ ਹੈ ਜਿਹੜਾ ਬ੍ਰਹਮ ਗਿਆਨੀਆਂ ਦੀ ਗੱਲ ਨਹੀਂ ਮੰਨਦਾ। ਬਿਨ ਸਤਿਗੁਰ ਪਚ ਮੂਏ ਸਾਕਤ ਨਿਗੂਰੇ ਦਾ ਮਤਲਬ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲਾ ਬਣ ਗਏ। ਨਹੀਂ ਭਾਈ ਨਹੀਂ, ਗੁਰੂ ਵਾਲੇ ਤਾਂ ਬਣਾਂਗੇ ਜੇ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਚੱਲਾਂਗੇ। ਇਹ ਗੁਰਬਾਣੀ ਜੋ ਕਹਿ ਰਹੀ ਹੈ ਜੇ ਇਹ ਕੰਮ ਕਰਾਂਗੇ। ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ। ਜੇ ਆਹ ਕੰਮ ਕਰਾਂਗੇ ਤੇ ਆਪਾਂ ਗੁਰੂ ਵਾਲੇ ਆ, ਨਹੀਂ ਤਾਂ ਨਿਗੂਰੇ ਹੈਗੇ। ਉੱਪਰ ਹੀ ਕੰਡੀਸ਼ਨ ਲਗਾਈ ਹੈ ਮਹਾਰਾਜ ਨੇ, ਉੱਪਰ ਹੀ ਦੱਸ ਦਿੱਤਾ। ਰੇ ਮਨ ਲੋਭੀ ਸੁਣੇ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ। ਬਿਨ ਸਤਿਗੁਰ ਪਚ ਮੂਏ ਸਾਕਤ ਨਿਗੂਰੇ ਗਲੇ ਜਮ ਫਾਸਾ ਹੈ। ਆ ਗਈ ਫਾਹੀ ਜਮਾਂ ਦੀ ਗਲ ਦੇ ਵਿੱਚ। ਔਰ ਜੋ ਸੰਸਕਾਰ ਸੀਗੇ, ਜੋ ਕਾਰਨਸ਼ੀਲ ਸੀਗਾ, ਜੋ ਕਾਲਕ ਚੜੀ ਹੋਈ ਸੀਗੀ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆਪਾਂ ਨੂੰ ਅਗਲੀਆਂ ਜੂਨਾਂ ਦੇ ਵਿੱਚ। ਇਹ ਸਦੇਰੇ ਵਰਡ ਜਿਹੜਾ ਹੈਗਾ ਇਹਦਾ ਕੀ ਮਤਲਬ ਇੱਥੇ? ਹਮੇਸ਼ਾ ਸਦੀਵ। ਇਹ ਮਤਲਬ ਦਿਨ ਰਾਤ ਸਦੇਰੇ, ਦਿਨ ਵੀ ਰਾਤ, ਦਿਨ ਰਾਤ ਸਦੇਰੇ, ਅੱਛਾ 2 ਵਾਰ ਕਿਹਾ ਨਾ। ਹਾਂ ਹਮੇਸ਼ਾ ਸਦੀਵ, ਸਦਾ ਹੀ ਬਿਲਕੁਲ। ਹਾਂ ਬਿਨ ਸਤਿਗੁਰ ਪਚ ਮੂਏ ਸਾਕਤ ਨਿਗੁਰੇ ਗਲੇ ਜਮ ਫਾਸਾ ਹੈ। ਹੁਣ ਅੱਗੇ ਦੇਖੋ ਕਿੰਨੀ ਤਗੀਦ ਕਰ ਰਹੀ ਹੈ ਬਾਣੀ ਜਿਹੜੀ ਹੈਗੀ, ਕਿੰਨੀ ਤਗੀਦ ਕਰ ਰਹੀ ਹੈ 12ਵੇਂ ਦੇ ਵਿੱਚ। ਕਿੰਨਾ ਤਗੀਦ ਕਰ ਰਹੀ ਹੈ ਆਪਾਂ ਨੂੰ ਜਿਹੜਾ ਹੈਗਾ ਬਾਰ ਜਿਹੜਾ ਹੈਗਾ ਮਨਮੁਖ ਤੇ ਗੁਰਮੁਖ ਇਹਨਾਂ ਦੇ ਬਾਰੇ ਗਿਆਨ ਦੇ ਰਹੇ। ਮਨਮੁਖੇ ਆਵੈ ਮਨਮੁਖ ਜਾਵੈ। ਜਿਹੜਾ ਮਨ ਦੇ ਪਿੱਛੇ ਚੱਲਦਾ ਹੈ ਪਾਏ, ਉਹਨੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜੇ 'ਚ ਆਉਂਦੇ ਜਾਂਦੇ ਰਹਿਣਾ ਹੈ ਭਾਈ। ਮਨਮੁਖੀ ਆਉਂਦਾ ਹੈ, ਮਨਮੁਖੀ ਜਾਂਦਾ ਹੈ। ਜਿਹੜਾ ਵੀ ਮਨ ਦੇ ਪਿੱਛੇ ਚੱਲਦਾ ਹੈ, ਮਨਮੁਖ ਫਿਰ ਚੋਟਾਂ ਖਾਵੇ। ਮਨ ਦੇ ਪਿੱਛੇ ਚੱਲਣ ਵਾਲਾ ਭਾਈ ਉਹ ਬਾਰ ਜਿਹੜਾ ਹੈਗਾ ਬਾਰ ਜੂਨਾਂ ਦੇ ਵਿੱਚ ਜਾਂਦਾ ਹੈ, ਇਹ ਚੋਟਾਂ ਬਾਰ ਖਾਂਦਾ ਹੈ। ਕਾਰਨ ਕੀ ਹੈ? ਕਾਰਨ ਹੈਗਾ ਮਨ ਦੇ ਪਿੱਛੇ ਚੱਲਣਾ, ਨਹੀਂ ਮੰਨਣੀ ਗੁਰੂ ਦੀ ਵਾਲ, ਨਹੀਂ ਨਿਗੁਰੇ ਹੀ ਰਹਿਣਾ। ਮਨਮੁਖੇ ਆਵੈ ਮਨਮੁਖੇ ਜਾਵੈ। ਮਨ ਦੇ ਪਿੱਛੇ ਹੀ ਆਉਂਦਾ ਹੈ, ਮਨ ਦੇ ਪਿੱਛੇ ਹੀ ਚਲੇ ਜਾਂਦਾ ਹੈ, ਮਨ ਦੇ ਪਿੱਛੇ ਹੀ ਬਾਰ ਜੂਨਾਂ ਦੇ ਵਿੱਚ ਪੈਂਦਾ ਹੈ। ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖੇ ਲੇਪ ਨਾ ਮਾਸਾ ਹੈ। ਜਿੰਨੇ ਵੀ ਨਰਕ ਬਣੇ ਹੋਏ ਆ, ਜਿੰਨੀਆਂ ਵੀ ਜੂਨਾਂ ਹੈਗੀਆਂ ਹਾਰਡ ਤੋਂ ਹਾਰਡ, ਉਹ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਭੋਗਦੇ ਆ ਭਾਈ। ਜਿਹੜੇ ਗੁਰੂ ਵਾਲੇ ਹੁੰਦੇ ਆ, ਗੁਰੂ ਦੀ ਗੱਲ ਮੰਨਦੇ ਆ, ਧਿਆਨ ਸਿਮਰਨ ਭਗਤੀ ਕਰਦੇ ਆ, ਕਹਿੰਦੇ ਉਹਨਾਂ ਨੂੰ ਲੇਪ ਨਹੀਂ ਹੁੰਦਾ। ਮਾਸਾ ਜਿੰਨਾ ਵੀ ਇਹ ਕਸ਼ਟ ਜਿਹੜੇ ਹੈਗੇ, ਇਹ ਜੂਨਾਂ ਦੇ ਜਿਹੜੇ ਹੈਗੇ, ਇਹ ਨਹੀਂ ਹੁੰਦੇ। ਹੁਣ ਗੁਰਮੁਖ ਨੂੰ ਡਿਫਾਈਨ ਕਰ ਰਹੇ ਆ ਮਹਾਰਾਜ।
ਗੁਰਮੁਖ ਸੋਏ ਜੇ ਹਰ ਜਿਉ ਪਾਇਆ। ਦੇਖ ਲਓ, ਕਹਿੰਦੇ ਗੁਰਮੁਖ ਉਹ ਹੈ ਪਿਆਰਿਓ ਜਿਹੜਾ ਮਾਲਕ ਪਰਮਾਤਮਾ ਨੂੰ ਭਾ ਗਿਆ। ਮਾਲਕ ਨੂੰ ਕੌਣ ਪਾਉਂਦਾ ਹੈ? ਜਿਹੜਾ ਗੁਰੂ ਦੀ ਗੱਲ ਮੰਨਦਾ ਆ। ਗੁਰਮੁਖ ਸੋਏ ਜੇ ਹਰ ਜਿਉ ਪਾਇਆ, ਤਿਸ ਕੌਣ ਮਿਟਾਵੇ ਜੇ ਪ੍ਰਭੇ ਪਹਿਰਾਇਆ। ਕਹਿੰਦੇ ਉਹਨੂੰ ਜਿਹੜਾ ਹੈਗਾ ਉਹਦੀ ਉਪਲਬਧੀ ਜਿਹੜੀ ਹੈਗੀ, ਉਹਦੀ ਪ੍ਰਾਲਬਧ ਜਿਹੜੀ ਹੈਗੀ ਆ, ਉਹਦਾ ਜਿਹੜਾ ਹੈਗਾ ਉਚਾਈ ਜਿਹੜੀ ਹੈਗੀ, ਜਿਹਨੂੰ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਸਰੋਪਾ ਦੇ ਦਿੱਤਾ, ਪਹਿਰਾਇਆ ਮਤਲਬ ਜਿਹੜਾ ਹੈਗਾ ਜਿਹਨੂੰ ਸ਼ੋਭਾ ਉਸ ਮਾਲਕ ਪਰਮਾਤਮਾ ਨੇ ਦੇ ਦਿੱਤੀ, ਪਾਏ ਉਸ ਗੁਰਮੁਖ ਨੂੰ। ਕਹਿੰਦੇ ਤਿਸ ਕੌਣ ਮਿਟਾਵੇ, ਉਹਨੂੰ ਕੌਣ ਹੈ ਜਿਹੜਾ ਮਿਟ ਸਕਦਾ ਹੈ ਭਾਈ ਇਹ ਮਾਲਕ ਪਰਮਾਤਮਾ ਦੀ ਦਾਤ ਨੂੰ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਓ ਪਾਇਆ ਗਲੇ ਖਾਸਾ ਹੈ। ਉਹ ਭਾਈ ਉਹ ਗੁਰਮੁਖ ਸਿਸਟਮ ਦੇ ਵਿੱਚ ਜਿਹੜਾ ਗੁਰੂ ਵਾਲਾ, ਗੁਰੂ ਦੇ ਅਨੁਸਾਰ ਚੱਲ ਰਿਹਾ, ਭਗਤੀ ਕਰਦਾ ਹੈ, ਉਹ ਹਮੇਸ਼ਾ ਹੀ ਜਿਹੜਾ ਹੈਗਾ ਆਨੰਦ ਦੇ ਵਿੱਚ ਰਹਿੰਦਾ ਹੈ। ਇੱਥੇ ਫਿਰ ਸਦਾ ਸੁਖ ਵਾਲੀ ਗੱਲ ਆ ਗਈ ਦੁਬਾਰਾ। ਸਦਾ ਆਨੰਦ ਰਹੇ, ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ। ਸਦਾ ਆਨੰਦ ਕਰੇ ਆਨੰਦੀ, ਆਨੰਦੀ ਉਹ ਆਨੰਦੀ ਹੋ ਗਿਆ ਭਾਈ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਓ ਪਿਆ ਗਲੇ ਖਾਸਾ ਹੈ। ਜਿਹਦੇ ਗਲ ਦੇ ਵਿੱਚ ਖਾਸ ਸਰੋਪਾ ਮਿਲ ਗਿਆ ਭਾਈ, ਜਿਹਨੂੰ ਮਾਲਕ ਪਰਮਾਤਮਾ ਨੇ ਸਰੋਪਾ ਪਾ ਦਿੱਤਾ ਭਾਈ, ਜਿਹਨੂੰ ਆਪਣੇ ਗਲ ਦੇ ਨਾਲ ਲਗਾ ਲਿਆ, ਨਿਕਲ ਗਿਆ, ਉਹ ਮੁਕਤ ਹੋ ਗਿਆ। ਹੋਂ ਬਲਿਹਾਰੀ ਸਤਿਗੁਰ ਪੂਰੇ। ਕਹਿੰਦੇ ਮੈਂ ਤਾਂ ਬਲਿਹਾਰ ਜਾਵਾਂ ਐਸੇ ਗੁਰੂ ਤੋਂ, ਐਸੇ ਬ੍ਰਹਮ ਗਿਆਨੀਆਂ ਤੋਂ, ਐਸੇ ਪੂਰੇ ਗੁਰੂ ਤੋਂ। ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਕਹਿੰਦੇ ਬਸ ਜਿਹੜਾ ਵੀ ਸ਼ਰਨ ਦੇ ਵਿੱਚ ਆ ਗਿਆ ਤੇ ਉਹਨੂੰ ਰੱਖਣ ਵਾਲੇ ਆ, ਦਾਤਾਂ ਦੇਣ ਵਾਲੇ ਆ। ਔਰ ਜੋ ਬਚਨ ਕਹਿ ਦਿੱਤਾ ਪਾਏ ਉਹ ਪੂਰੇ ਆ ਬਚਨ ਦੇ ਸੂਰਬੀਰ ਹੈਗੇ। ਜੋ ਬਾਣੀ ਕਹਿ ਰਹੀ ਆ ਬਿਲਕੁਲ ਉਹਦੇ ਵਿੱਚ ਜਰਾ ਵੀ ਜਿਹੜਾ ਹੈਗਾ ਉਹ ਡਾਇਲੂਟ ਨਹੀਂ ਹੋ ਸਕਦੀ। ਜਰਾ ਵੀ ਜੋ ਬਾਣੀ ਨੇ ਕਹਿਤਾ ਉਹੀ ਹੋਣਾ ਹੈ। ਐਸਾ ਪ੍ਰਭ ਮਿਲਿਆ ਸੁਖ ਦਾਤਾ, ਵਿਛੜ ਨਾ ਕਤਹੀ ਜਾਸਾ ਹੈ। ਕਹਿੰਦੇ ਐਸਾ ਸੁੱਖਾਂ ਦਾ ਦਾਤਾ ਉਹ ਮਾਲਕ ਪਰਮਾਤਮਾ ਮਿਲ ਗਿਆ। ਕਹਿੰਦੇ ਹੁਣ ਵਿਛੜ ਕੇ ਕਦੀ ਜਾਂਦਾ ਹੀ ਨਹੀਂ ਹੈਗਾ ਭਾਈ, ਵਿਛੜ ਕੇ ਕਦੀ ਜਾਂਦਾ ਹੀ ਨਹੀਂ ਹੈ। ਹਮੇਸ਼ਾ ਆਤਮਾ ਦੇ ਨਾਲ, ਪਰਮਾਤਮਾ ਦੇ ਨਾਲ ਜਿਹੜਾ ਹੈਗਾ ਇਹ ਜੀਓ ਦੋਨੋਂ ਜਿਹੜੇ ਹੈਗੇ ਆਨੰਦ ਲੈ ਰਹੇ। ਗੁਣ ਨਿਧਾਨ ਕਿਛ ਕੀਮ ਨਾ ਪਾਈ। ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈ ਉਹ ਮਾਲਕ ਪਰਮਾਤਮਾ। ਜਿਹੜੇ ਉਸ ਮਾਲਕ ਪਰਮਾਤਮਾ ਦੇ ਗੁਣ ਲੈ ਲੈਂਦੇ ਆ, ਜਿਨ੍ਹਾਂ ਦੇ ਅੰਦਰ ਆ ਗੁਣ ਆ ਜਾਂਦੇ ਆ, ਗੁਣ ਨਿਧਾਨ ਕਿਛ ਕੀਮ ਨਾ ਪਾਈ। ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਭਾਈ, ਉਹਨਾਂ ਦੀ ਉਚਾਈ ਜਿਹੜੀ ਹੈਗੀ ਨਹੀਂ ਦੱਸੀ ਜਾ ਸਕਦੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਰਗੇ ਹੋ ਜਾਂਦੇ ਆ। ਘਟ ਪੂਰ ਰਹੋ ਸਭ ਠਾਈ। ਉਹ ਮਾਲਕ ਜਿਹੜਾ ਹਰੇਕ ਦੇ ਅੰਦਰ ਜਿਹੜਾ ਹੈਗਾ ਪੂਰੀ ਤਰ੍ਹਾਂ ਰਵਿਆ ਹੋਇਆ ਹੈ, ਹਰ ਜਗ੍ਹਾ ਤੇ ਰਵਿਆ, ਹਰੇਕ ਦੇ ਅੰਦਰ ਰਵਿਆ ਹੋਇਆ ਹੈ। ਨਾਨਕ ਸਰਣ ਦੀਨ ਦੁਖ ਭੰਜਨ, ਔਰ ਰਹਿਣ ਤੇਰੇ ਜੋ ਦਾਸਾਂ ਹੈ। ਨਾਨਕ ਸਰਣ ਦੀਨ ਦੁਖ ਭੰਜਨ, ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਮਾਲਕ ਪਰਮਾਤਮਾ, ਮੈਂ ਜਿਹੜਾ ਹੈਗਾ ਤੇਰੀ ਸ਼ਰਨ ਦੇ ਵਿੱਚ ਹੈਗਾ। ਮੈਂ ਜਿਹੜਾ ਹੈਗਾ ਤੇਰੇ ਦਾਸ ਜਿਹੜੇ ਹੈਗੇ, ਮੈਂ ਉਹਨਾਂ ਦੀ ਚਰਨ ਧੂੜ ਹੈਗਾ। ਮੈਂ ਉਹਨਾਂ ਦੀ ਸੰਗਤ, ਮੈਂ ਉਹਨਾਂ ਦੀ ਸੰਗਤ ਦੇ ਵਿੱਚ ਹੈਗਾ। ਗੁਣ ਨਿਦਾਨ ਕਿਛ ਕੀਮ ਨਾ ਪਾਈ, ਘਟ ਪੂਰ ਰਹੋ ਸਭ ਠਾਈ। ਨਾਨਕ ਸਰਣ ਦੀਨ ਦੁਖ ਭੰਜਨ, ਔਰ ਰਹਿਣ ਤੇਰੇ ਜੋ ਦਾਸਾਂ ਹੈ। ਜੋ ਤੇਰੇ ਦਾਸ ਆ, ਮੈਂ ਉਹਨਾਂ ਦੀ ਰਹਿਣ ਹੈਗਾ। ਇੱਕੋ ਹੀ ਹੈਗਾ। ਦੇਖੋ ਪਹਿਲਾ ਸੋਲਾ ਜਿਹੜਾ ਸੀਗਾ ਉਹ ਵੀ ਇੱਕੋ ਹੀ ਸੀਗਾ, ਔਰ ਆ ਜਿਹੜਾ ਦੂਸਰਾ ਸੋਲਾ ਹੈਗਾ ਪੰਜਵੀਂ ਪਾਤਸ਼ਾਹੀ ਦਾ, ਇਹ ਵੀ ਜਿਹੜਾ ਹੈਗਾ ਇੱਕੋ ਹੀ ਹੈਗਾ। ਪਹਿਲੇ ਦੇ 16 ਬੰਦ ਸੀਗੇ, ਇਹਦੇ 15 ਬੰਦ ਆ। 15 ਬੰਦ ਦੇ ਵਿੱਚ ਹੀ ਗਿਆਨ ਜਿਹੜਾ ਹੈਗਾ ਪੂਰਾ ਹੋ ਗਿਆ। 15 1 2 ਲਿਖਿਆ ਹੋਇਆ ਹੈ।
ਇਹ ਪੰਜਵੀਂ ਪਾਤਸ਼ਾਹੀ ਦੇ ਸੈਕੰਡ ਜਿਹੜਾ ਹੈਗਾ 16 ਹੈਗਾ। ਔਰ ਸਬਜੈਕਟ ਦਾ ਇੱਕੋ ਪਹਿਲਾ ਹੀ ਹੈਗਾ ਭਾਈ ਇਸ ਸਬਜੈਕਟ ਦਾ, ਅੱਗੇ ਜਿਹੜਾ ਹੈਗਾ ਉਹ ਫਿਰ ਤੀਸਰਾ ਸ਼ੁਰੂ ਹੋ ਜਾਏਗਾ। ਔਰ ਸਬਜੈਕਟ ਉੱਥੇ ਫਿਰ ਜਿਹੜਾ ਹੈਗਾ ਦੇਖ ਕੇ ਦੱਸ ਦੇਣਾ ਜੀ, ਉਹ ਫਿਰ ਇੱਕ ਹੈਗਾ 17-1-3, ਉਹ 17 ਬੰਦਾਂ ਦਾ ਹੈਗਾ। ਔਰ ਪਹਿਲਾ ਹੈਗਾ ਉਹ ਟੌਪਿਕ ਦਾ, ਬਸ ਇੱਕੋ ਹੀ ਹੈਗਾ। ਇਹ ਸਾਰੇ ਦੇ ਸਾਰੇ 3 16 ਜਿਹੜੇ ਹੈਗੇ ਇਹ ਇੱਕ ਟੌਪਿਕ ਦਾ ਇੱਕ 16 ਹੈਗਾ। ਇਸ ਕਰਕੇ ਇਹਨੂੰ ਜਿਹੜਾ ਹੈਗਾ ਆਪਾਂ ਪੂਰਾ ਜਿਹੜਾ ਹੈਗਾ ਸਮਾਂ ਦੇਵਾਂਗੇ, ਕੋਈ ਕਾਹਲੀ ਦੀ ਲੋੜ ਨਹੀਂ ਭਾਈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ। ਹਾਂਜੀ ਰੇਸ਼ਮ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੋ ਗਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖ ਲਓ ਆਪਾਂ ਨੇ ਨਾ ਕਦੀ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਸੋਚਿਆ ਹੀ ਨਹੀਂ ਸੀਗਾ, ਇਸ ਐਂਗਲ ਦੇ ਉੱਤੇ। ਇਹ ਸਰੀਰ ਔਰ ਜੀਓ ਜਿਹੜਾ ਹੈਗਾ ਦੋਨਾਂ ਦਾ ਜਿਹੜਾ ਹੈਗਾ ਇਹ ਹਸਬੈਂਡ ਵਾਈਫ ਵਾਲਾ ਰਿਲੇਸ਼ਨ ਜਿਹੜਾ ਹੈਗਾ ਦੋਨਾਂ ਦਾ, ਦੇਖ ਲਓ ਕਿਸ ਤਰੀਕੇ ਦੇ ਨਾਲ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਬਹੁਤ ਪਿਆਰਾ ਸ਼ਬਦ ਜੀ। ਹਾਂ ਬਹੁਤ ਜਿਹੜਾ ਹੈਗਾ ਇਹ ਗਿਆਨ ਦਿੱਤਾ ਹੈ। ਇਹ ਸਰੀਰ ਮਿਲਿਆ ਆਪਾਂ ਨੂੰ ਜਿਹੜਾ ਹੈਗਾ ਇਹਨੂੰ ਆਪਾਂ ਜਿਹੜਾ ਹੈਗਾ ਉਪਯੋਗ ਕਰੀਏ ਭਾਈ, ਨਹੀਂ ਤਾਂ ਜਿਹੜਾ ਹੈਗਾ ਇਹ ਮਿੱਟੀ ਹੋ ਜਾਣਾ ਹੈ। ਔਰ ਫਿਰ ਜਿਹੜਾ ਹੈਗਾ ਉਹ ਫਸ ਜਾਣਾ ਹੈ ਆਪਾਂ ਨੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਮਨਮੁਖ ਇਹ ਆਵਾਜ਼ ਟੁੱਟ ਵੀ ਜੀ ਆਉਂਦੀ ਤੁਹਾਡੀ। ਬਸ ਜੀ ਹੁਣ ਤਾਂ ਆਪਣਾ ਐਂਡ ਹੀ ਆ। ਮਨਮੁਖੇ ਆਵੈ ਮਨਮੁਖੇ ਜਾਵੈ ਮਨਮੁਖੇ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖੇ ਭੋਗੈ ਗੁਰਮੁਖੇ ਲੇਪ ਨਾ ਮਾਸਾ ਹੈ। ਜਿਹੜੇ ਗੁਰੂ ਦੇ ਆਖੇ ਚੱਲਦੇ ਆ, ਗੁਰੂ ਦੇ ਅਨੁਸਾਰ ਚੱਲਦੇ ਆ, ਉਹਨਾਂ ਨੂੰ ਜਿਹੜਾ ਹੈਗਾ ਜਰਾ ਵੀ ਲੇਪ ਨਹੀਂ ਹੁੰਦਾ। ਇਹ ਜੂਨਾਂ ਦਾ ਨਰਕਾਂ ਦਾ ਇਹ ਸਾਰਾ ਜਿਹੜਾ ਹੈਗਾ ਉਹ ਮੁਕਤ ਹੋ ਜਾਂਦੇ ਆ ਭਾਈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਭਾਜੀ ਹਾਂਜੀ ਇਹਦੇ ਵਿੱਚ ਮੋਸਟਲੀ ਇਹ ਮਤਲਬ ਹੁਣ ਚੰਗੀ ਤਰ੍ਹਾਂ ਇਹ ਦੱਸਿਆ ਕਿ ਜਿਹੜੀ ਇਹ ਕਾਇਆ ਤੇ ਜਿਹੜਾ ਪਿਰ ਆ ਤੇਰੇ ਅੰਦਰ, ਹਾਂ ਇਹ ਦੋ ਚੀਜ਼ਾਂ ਆ। ਔਰ ਇਹਨਾਂ ਦਾ ਰਿਲੇਸ਼ਨ ਜਿਹੜਾ ਆ ਮਤਲਬ ਪਰਮਾਤਮਾ ਨੇ ਜੋੜ ਬਣਾ ਕੇ ਭੇਜਿਆ ਆ। ਹਾਂ ਇਹਨਾਂ ਸਰੀਰ ਕਾਇਆ ਜਿਹੜੀ ਮਿਲੀ ਹੋਈ ਹੈ ਨਾ ਆਪਾਂ ਨੇ, ਇਹਦੇ ਥਰੂ ਜਿਹੜਾ ਹੈਗਾ ਆਪਾਂ ਮੁਕਤ ਹੋਣਾ ਹੈ, ਬਸ ਇੰਨੀ ਕੀ ਗੱਲ ਹੈਗੀ। ਮਤਲਬ ਇਹ ਕਿਸਮ ਦਾ ਇੱਕ ਮਤਲਬ ਸਾਧਨ ਆ, ਜਿੱਦਾਂ ਵਾਹੀਕਲ ਆ ਮਤਲਬ ਅਸੀਂ ਇਹ ਜਿਹੜਾ ਜੀਓ ਲਈ ਸਾਧਨ ਆ। ਔਰ ਪਿਛਲੇ ਕਰਮਾਂ ਕਰਕੇ ਇਸ ਤਰ੍ਹਾਂ ਦਾ ਸਰੀਰ ਮਿਲਿਆ ਸਾਨੂੰ, ਬਿਲਕੁਲ ਮਤਲਬ ਜੋ ਵੀ ਪਾਸਟ ਕਰਮਾਂ ਦੇ ਹਿਸਾਬ ਨਾਲ। ਹਾਂ ਆਪਣੀ ਸੁਰਤ ਜਿਹੜੀ ਆਪਣੀ ਚੇਤਨਤਾ ਜਿਹੜੀ ਹੈਗੀ ਉਹ ਆਪਾਂ ਜਿਹੜੀ ਆਤਮਾ ਦੇ ਵਿੱਚ ਆਤਮ ਦਰਸ਼ਨ ਕਰ ਸਕਦੇ ਹਾਂ। ਬਸ ਆਹ ਸਰੀਰ ਇਸ ਵਾਸਤੇ ਮਿਲਿਆ ਆਪਾਂ ਨੂੰ, ਆਪਾਂ ਚੇਤਨ ਹੈਗੇ ਆ। ਆਪਣੀ ਚੇਤਨਾ ਜਿਹੜੀ ਹੈਗੀ ਹੈ, ਸੁਰਤ ਜਿਹੜੀ ਹੈਗੀ ਉਹ ਮਨ ਨੂੰ ਵਿੰਨ ਕੇ ਜਿਹੜਾ ਹੈਗਾ ਆਤਮਾ ਤੱਕ ਪਹੁੰਚ ਜਾਏਗੀ। ਆਹੀ ਇਸੇ ਵਾਸਤੇ ਮਿਲਿਆ ਹੋਇਆ। ਇਹ ਘੋੜੀ ਹੈ ਜੀ, ਵਹੀਕਲ ਹੀ ਹੈ। ਹਾਂ ਸਫ਼ਰ ਪੂਰਾ ਕਰਨ ਵਾਸਤੇ ਬਿਲਕੁਲ ਘੋੜੀ ਹੈ ਜੀ। ਚੇਤਨ ਤੋਂ ਇਸ ਸਰੀਰ ਦੁਆਰਾ ਚੇਤਨ ਤੋਂ ਚੇਤਨ ਵੱਲ ਦੀ ਯਾਤਰਾ ਬਸ। ਹਾਂ ਚੇਤਨ ਤੋਂ ਚੇਤਨ ਵੱਲ ਦੀ ਯਾਤਰਾ, ਬਸ ਇਹੀ ਗੱਲ। ਸੁੱਤੇ ਤੋਂ ਜਾਗਣ ਵੱਲ ਨੂੰ ਤੁਰਨਾ। ਸੁੱਤੇ ਹੋਏ ਆਪਾਂ ਦਿਖਦੇ ਆ ਪਰ ਜਾਗਦੇ ਆ, ਪਰ ਸੁੱਤੇ ਹੋਏ ਆ ਕਿਉਂਕਿ ਬੇਹੋਸ਼ੀ ਚ ਅਸੀਂ ਮਾਇਆ ਦੀ ਹੋਸ਼ ਵੱਲ ਨੂੰ ਲੈ ਕੇ ਜਾਣਾ। ਹਾਂ ਮਾਇਆ ਦੀ ਬੇਹੋਸ਼ੀ ਹੈ, ਮਾਇਆ ਦੀ ਨੀਂਦ ਹੈਗੀ ਹੈ ਭਾਈ। ਹਾਂ ਮਤਲਬ ਭਾਜੀ ਮਾਇਆ ਵੱਲੋਂ ਅਸੀਂ ਜਾਗ ਰਹੇ ਹਾਂ, ਪਰ ਜਿਹੜਾ ਪਰਮਾਤਮਾ ਵੱਲੋਂ ਸੁੱਤੇ ਆ, ਕਿਉਂਕਿ ਉਹਦੇ ਖੇਲ ਦੇ ਵਿੱਚ ਅਸੀਂ ਰਚੇ ਪਏ ਆ। ਆਤਮਾ ਵੱਲੋਂ ਸੁੱਤੇ ਪਏ ਆ, ਪਰਮਾਤਮਾ ਦਾ ਖੇਲ ਦੇ ਵਿੱਚ ਅਸੀਂ ਮਤਲਬ ਪੂਰੇ ਦਲਦਲ ਚ ਫਸੇ ਆ। ਔਰ ਜਾਗਣਾ ਉਹਦੇ ਵੱਲ ਨੂੰ ਮੂੰਹ ਕਰਨਾ ਆ। ਬਿਲਕੁਲ ਆਤਮਾ ਜਿਹੜੀ ਹੈਗੀ ਨਾ, ਆਪਣੀ ਆਤਮਾ ਜਿਹੜੀ ਹੈਗੀ ਉਹਦੇ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਜਿਹੜੀ ਹੈਗੀ ਗਤੀ ਕਰਨੀ ਹੈ, ਆਤਮ ਦਰਸ਼ਨ ਕਰਨੇ ਆ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਆਪਣੇ ਅੰਦਰ ਹੀ ਹੈਗੀ ਨਾ। ਮਾਲਕ ਕਹਿੰਦਾ ਮੈਂ ਤਾਂ ਤੇਰੇ ਅੰਦਰ ਹੈਗਾ ਭਾਈ,
ਬਿਲਕੁਲ ਤੇਰੇ ਨਾਲ ਜੁੜ ਕੇ ਬੈਠਾ ਹੋਇਆ। ਤੂੰ ਆਪਣੇ ਵਿਚਾਰ ਮਾਇਆ ਦੇ ਜਿਹੜੇ ਪਦਾਰਥ ਸਵਾਦ ਇਹਨਾਂ ਤੋਂ ਜਿਹੜਾ ਹੈਗਾ ਛੁਟਕਾਰਾ ਲੈ ਲਾ ਪਿਆਰਿਆ। ਇਹ ਜ਼ਬਰਦਸਤੀ ਜਿਹੜਾ ਇਹਨਾਂ ਦੇ ਵਿੱਚ ਨਾ ਫਸ ਤੇ ਮੇਰੇ ਵੱਲ ਆ ਜਾਏ। ਹਾਂ ਵੀਰ ਜੀ, ਇਹੀ ਜੱਗ ਨਾ ਜਿਹੜੇ ਮਾਇਆ ਦੇ ਵਿਚਾਰਾਂ ਤੋਂ ਅਸੀਂ ਛੁੱਟ ਸਕਦੇ ਹਾਂ। ਹਾਂ, ਉਹ ਮਤਲਬ ਧਿਆਨ ਕਰਕੇ, ਅਵੇਅਰਨੈਸ ਕਰਕੇ ਤੇ ਜਾਗ ਕੇ, ਵਿਵੇਕ ਕਰਕੇ ਹਮੇਸ਼ਾ ਹੀ ਸਾਨੂੰ ਮਤਲਬ ਹਮੇਸ਼ਾ ਹੀ ਜੋ ਵੀ ਕੰਮ ਕਰਦੇ ਆ ਉਹਨੂੰ ਮਤਲਬ ਪਰਖੀਏ, ਧਿਆਨ ਰੱਖੀਏ ਵੀ ਗਲਤ ਕੰਮ ਤਾਂ ਨਹੀਂ ਹੋ ਜੂ ਕਿਤੇ, ਇਹ ਮਾਇਆ ਨਾਲ ਤਾਂ ਨਹੀਂ ਜੁੜ ਜਾਗੇ। ਮਤਲਬ ਅਵੇਅਰਨੈਸ ਜਾਗਣਾ ਉਹ ਬਹੁਤ ਜ਼ਰੂਰੀ ਹੈਗਾ ਜੀ। ਇਹੀ ਬਾਣੀ ਜਿਹੜੀ ਹੈ ਨਾ ਵੀਰ ਜੀ, ਬਾਣੀ ਆਪਾਂ ਨੂੰ ਜਗਾ ਹੀ ਰਹੀ ਆ, ਅਵੇਅਰਨੈਸ ਹੀ ਦੇ ਰਹੀ ਹੈ। ਬਾਣੀ ਆਪਾਂ ਨੂੰ ਜਿਹੜੀ ਹੈਗੀ ਆ ਮੋਢੇ ਦੇ ਉੱਤੇ ਹੱਥ ਰੱਖ ਕੇ ਜਿਹੜਾ ਹੈਗਾ ਕਾਉਂਸਲਿੰਗ ਕਰ ਰਹੀ ਆ ਆਪਣੀ। ਹਾਂਜੀ ਵੀਰ ਜੀ, ਉਹਦਾ ਜੀ ਅਮਲ ਕਰੀਏ ਫੇਰ ਹੀ ਆ ਨਾ ਜੀ। ਗੱਲ ਤਾਂ ਅਮਲ ਦੀ ਆ। ਬਿਲਕੁਲ ਪ੍ਰੈਕਟੀਕੈਲਿਟੀ ਨਾਲ ਇਹੀ ਗੱਲ ਹੀ ਕਹਿੰਦੇ ਆ। ਔਲਾ ਬਾਜੋਂ ਖੂਹ ਖਾਲੀ ਕਹਿੰਦੇ ਆ ਜਿਵੇਂ। ਹਾਂ, ਬਿਲਕੁਲ ਸਹੀ ਹੈ ਜੀ। ਮਤਲਬ ਅਵੇਅਰ ਹੋਣਾ, ਇਹ ਅਸੀਂ ਰਹਿ ਸਕਦੇ ਆ ਜੀ। ਇਹ ਸਾਡੇ 'ਚ ਕੈਪੈਸਿਟੀ ਹੈਗੀ ਆ। ਬਿਲਕੁਲ, ਕਿ ਜਿਵੇਂ ਬੰਦਾ ਕਹਿੰਦਾ ਅੱਖਾਂ ਖੋਲ ਕੇ ਚੱਲੋ, ਕੰਨ ਖੋਲ ਕੇ, ਅੱਖਾਂ ਖੋਲ ਕੇ। ਜਿਵੇਂ ਆਪਾਂ ਗੱਡੀ ਚਲਾਉਣੇ ਆ, ਕਿੰਨੇ ਅਵੇਅਰ ਹੁੰਦੇ ਆ ਕਿ ਐਕਸੀਡੈਂਟ ਨਾ ਹੋ ਜਾਏ, ਕਿ ਉਦੋਂ ਸਾਨੂੰ ਖਤਰਾ ਲੱਗਦਾ ਹੈਗਾ। ਇਹਦੇ 'ਚ ਕੋਈ ਸਾਨੂੰ ਖਤਰਾ ਮਹਿਸੂਸ ਨਹੀਂ ਹੁੰਦਾ ਗਾ, ਤਾਂ ਅਸੀਂ ਮਤਲਬ ਢਿੱਲੇ ਸੌਂ ਜਾਂਦੇ ਆ। ਲੇਕਿਨ ਖਤਰਾ ਤਾਂ ਹੈ। ਕਾਲ ਬਿਆਲ ਜੋ ਪੜਿਓ ਡੋਲੇ, ਮੁੱਖ ਪਸਾਰੇ ਨੀਤ, ਆਜ ਕਾਲੇ ਤਜੋ ਗ੍ਰਸੈ, ਸਮਝ ਰੱਖੋ ਚੀਤ। ਇਹ ਖਤਰਾ ਤਾਂ ਸਾਡੇ 'ਚ ਹਰੇਕ ਸੈਕਿੰਡ ਹੈਗਾ ਜੀ, ਕਿ ਉਹਨੇ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਇਹ ਚੀਜ਼ ਨੂੰ ਵੇਸਟ ਨਾ ਕਰੀਏ। ਮਤਲਬ ਇਹੀ ਹੈਗਾ ਜੀ। ਬਿਲਕੁਲ, ਅਸੀਂ ਬਚ ਸਕਦੇ ਹਾਂ ਜੇ ਅਵੇਅਰ ਰਹੀਏ ਅਸੀਂ। ਜੇ ਭਗਤੀ ਨੂੰ ਆਪਣੇ ਜੀਵਨ 'ਚ ਲੈ ਕੇ ਆਈਏ ਵੀਰ ਜੀ, ਬਸ ਇੰਨਾ ਕੀ ਹੈਗਾ ਬਈ ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆਈਏ। ਇਹ ਸਰੀਰ ਦੇ ਨਾਲ ਹੀ ਨਾ ਆਪਾਂ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਯਾਤਰਾ ਜਿਹੜੀ ਹੈਗੀ ਸਰੀਰ ਦੇ ਨਾਲ ਹੀ ਜਿਹੜਾ ਹੈਗਾ ਗਵਾ ਦੇਈ ਆ ਆਪਣਾ ਜਿਹੜਾ ਮਨੁੱਖੀ ਜੂਨ ਜਿਹੜੀ ਹੈਗੀ। ਬਸ ਇੰਨੀ ਕੀ ਹੈਗੀ ਗੱਲ। ਵਾਹਿਗੁਰੂ।